ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਫਿਰ ਇੱਕ ਵਾਰੀ ਅਸੀਂ ਤੁਹਾਨੂੰ ਅਕਾਲ ਅਕੈਡਮੀ ਦੇ ਦਰਸ਼ਨ ਕਰਾਉਣ ਲਈ ਲੈ ਕੇ ਆਏ ਹਾਂ। ਜੀ ਹਾਂ, ਅੱਜ ਅਸੀਂ ਜ਼ਿਲ੍ਹਾ ਮਾਨਸਾ ਵਿੱਚ ਆਏ ਹਾਂ, ਜਿੱਥੇ ਅਕਾਲ ਅਕੈਡਮੀ ਭਾਈ ਦੇਸਾਂ ਉਸ ਦੇ ਸਟੂਡੈਂਟਸ ਦੇ ਨਾਲ, ਵਿਦਿਆਰਥੀਆਂ ਦੇ ਨਾਲ, ਉੱਥੇ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਨਾਲ, ਉੱਥੇ ਪੜ੍ਹਨ ਵਾਲੇ ਸਟੂਡੈਂਟਸ ਦੇ ਮਾਤਾ ਪਿਤਾ ਦੇ ਨਾਲ ਆਪ ਸਾਰਿਆਂ ਦੀ ਖਾਸ ਮੁਲਾਕਾਤ ਕਰਾਵਾਂਗੇ। ਅਸੀਂ ਅੱਜ ਇਸ ਅਕੈਡਮੀ ਦੇ ਵਿੱਚ ਆਏ ਹਾਂ, ਜਿਸ ਦੇ ਵਿੱਚ ਲਗਭਗ 1600 ਬੱਚੇ ਵਿੱਦਿਆ ਦੀ ਦਾਤ ਲੈ ਰਹੇ ਹਨ। ਇੱਥੇ ਲਗਭਗ 60 ਤੋਂ ਵੀ ਜ਼ਿਆਦਾ ਇਹੋ ਜਿਹੇ ਬੱਚੇ ਹਨ ਜੋ ਕਿ ਗਰੀਬ ਪਰਿਵਾਰ ਤੋਂ ਹਨ, ਔਰ ਜਿਸ ਦੇ ਚਲਦੇ ਉਹਨਾਂ ਨੂੰ ਮੁਫਤ ਸਿੱਖਿਆ ਦਿੱਤੀ ਜਾ ਰਹੀ ਹੈ। ਜੇ ਦੇਖਿਆ ਜਾਏ ਤੇ ਮਾਨਸਾ ਜ਼ਿਲ੍ਹਾ ਦੇ ਵਿੱਚ ਕਈ ਹੋਰ ਇਹੋ ਜਿਹੇ ਸਰਕਾਰੀ ਸਕੂਲ ਵੀ ਹੈਗੇ ਨੇ, ਕਈ ਇਹੋ ਜਿਹੇ ਪ੍ਰਾਈਵੇਟ ਸਕੂਲ ਵੀ ਹੈਗੇ ਨੇ ਜਿਸ ਦੇ ਵਿੱਚ ਉਹ ਆਪਣੇ ਬੱਚਿਆਂ ਦਾ ਦਾਖਲਾ ਕਰਾ ਸਕਦੇ ਸੀ। ਪਰ ਇਸ ਅਕੈਡਮੀ ਦੀ ਸਟਰੈਂਥ ਦੇਖਦੇ ਹੋਇਆ, ਜਿੱਦਾਂ ਕਿ ਮੈਂ ਦੱਸਿਆ ਕਿ ਲਗਭਗ 1600 ਬੱਚੇ ਇੱਥੇ ਵਿੱਦਿਆ ਦੀ ਦਾਤ ਲੈ ਰਹੇ ਹਨ, ਇਸ ਤੋਂ ਪਤਾ ਚੱਲਦਾ ਹੈ ਕਿ ਇੱਥੇ ਰਹਿਣ ਵਾਲੇ ਆਲੇ ਦੁਆਲੇ ਦੇ ਨੇੜੇ ਦੇ ਜੋ ਪਿੰਡ ਨੇ, ਉਹ ਪਿੰਡਾਂ ਦੇ ਵਿੱਚ ਰਹਿਣ ਵਾਲੇ ਜੋ ਪਰਿਵਾਰ ਹਨ, ਕਿਧਰੇ ਨਾ ਕਿਧਰੇ ਉਹਨਾਂ ਦੇ ਵਿੱਚ ਇਹ ਇੱਕ ਵਿਸ਼ਵਾਸ ਹੈ ਕਿ ਅਕਾਲ ਅਕੈਡਮੀ 'ਚ ਜੇ ਅਸੀਂ ਆਪਣੇ ਬੱਚਿਆਂ ਦਾ ਦਾਖਲਾ ਕਰਾਵਾਂਗੇ, ਜੇ ਸਾਡੇ ਬੱਚੇ ਅਕਾਲ ਅਕੈਡਮੀ ਦੇ ਵਿੱਚ ਪੜ੍ਹਨਗੇ ਤੇ ਉਹਨਾਂ ਦਾ ਜੋ ਫਿਊਚਰ ਹੈ ਉਹ ਬ੍ਰਾਈਟ ਹੋਏਗਾ। ਸੋ ਸੰਗਤ ਜੀ, ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆਂ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਾ ਹਾਂ ਅਕਾਲ ਅਕੈਡਮੀ ਦੇ ਵਿੱਚ, ਜਿੱਥੇ ਤੁਸੀਂ ਮੁਲਾਕਾਤ ਕਰੋਗੇ ਉਹਨਾਂ ਹੋਣਹਾਰ ਸਟੂਡੈਂਟਸ ਦੇ ਨਾਲ। ਮੈਂ 14 ਸਾਲ ਤੋਂ ਅਕਾਲ ਅਕੈਡਮੀ ਭਾਈ ਦੇਸਾ ਵਿੱਚ ਪੜ੍ਹ ਰਹੀ ਹਾਂ ਤੇ ਮੈਨੂੰ ਇਹ ਬੜੀ ਮਾਣ ਵਾਲੀ ਗੱਲ ਲੱਗਦੀ ਹੈ ਕਿ ਮੈਂ ਅਕਾਲ ਅਕੈਡਮੀ ਭਾਈ ਦੇਸਾ ਵਿੱਚ ਪੜ੍ਹਦੀ ਹਾਂ, ਕਿਉਂਕਿ ਇੱਥੋਂ ਦਾ ਹਰ ਇੱਕ ਸਿਸਟਮ ਬਾਕੀ ਸਕੂਲਾਂ ਦੇ ਵਿੱਚੋਂ ਬਹੁਤ ਅਲੱਗ ਹੈ। ਸਭ ਤੋਂ ਪਲੱਸ ਪੁਆਇੰਟ ਜਿਹੜਾ ਹੈ ਉਹ ਤਾਂ ਇੱਕ ਸਪਿਰਿਚੁਅਲ ਮਾਹੌਲ, ਜੋ ਸਾਡੀ ਅਕੈਡਮੀ ਦਾ ਸਪਿਰਿਚੁਅਲ ਮਾਹੌਲ ਹੈ ਉਹ ਇੱਕ ਪਲੱਸ ਪੁਆਇੰਟ ਹੈ। ਜਿਹੜਾ ਸਵੇਰੇ ਅਸੀਂ 1 ਘੰਟਾ ਪਾਠ ਕਰਦੇ ਹਾਂ, ਸਾਨੂੰ ਇੱਦਾਂ ਲੱਗਦਾ ਵੀ ਅਸੀਂ ਸਾਰਾ ਜਿੱਥੋਂ ਤੱਕ ਸਾਨੂੰ ਛੁੱਟੀ ਹੁੰਦੀ ਹੈ ਅਸੀਂ ਉਸੇ ਐਨਰਜੀ ਨਾਲ ਕੰਮ ਕਰਦੇ ਹਾਂ ਆਪਦਾ। ਮੈਂ ਦਿਲੋਂ ਬਹੁਤ ਧੰਨਵਾਦੀ ਹਾਂ ਸਾਰੇ ਟੀਚਰਸ ਦਾ, ਵੀ ਸਾਨੂੰ ਵਧੀਆ ਤਰੀਕੇ ਨਾਲ ਅਤੇ ਪਿਆਰ ਨਾਲ ਪੜ੍ਹਾਇਆ ਜਾਂਦਾ, ਵੀ ਸਿੱਖਿਆ ਦਿੱਤੀ ਜਾਂਦੀ ਹੈ। ਦ ਥਿੰਗ ਆਈ ਲਾਈਕ ਮੋਸਟ ਕਿ ਅਸੀਂ ਲਾਇਬ੍ਰੇਰੀ ਜਾਂਦੇ ਹਾਂ। ਲਾਇਬ੍ਰੇਰੀ ਸਾਨੂੰ ਦੁਨੀਆ ਦੇ ਵਿੱਚ ਕੀ ਹੋ ਰਿਹਾ, ਸਾਨੂੰ ਹਰ ਇੱਕ ਨਿਊਜ਼ ਦਾ ਅਪਡੇਟ ਰਹਿਣ ਦਾ ਮੌਕਾ ਮਿਲਦਾ। ਅਸੀਂ ਕਿ ਸਾਡੀ ਦੁਨੀਆ ਦੇ ਵਿੱਚ ਕੀ ਹੋ ਰਿਹਾ, ਅਸੀਂ ਹਰ ਇੱਕ ਚੀਜ਼ ਤੋਂ ਜਾਣੂ ਹੁੰਦੇ ਹਾਂ ਲਾਇਬ੍ਰੇਰੀ ਜਾਣ ਦਾ। ਮੈਨੂੰ ਇਹ ਚੀਜ਼ ਬਹੁਤ ਪਸੰਦ ਹੈ ਕਿ ਅਸੀਂ ਲਾਇਬ੍ਰੇਰੀ ਜਾਂਦੇ ਹਾਂ। ਅਤੇ ਸਾਡਾ ਮਿਊਜ਼ਿਕ ਰੂਮ ਬਹੁਤ ਹੀ ਚੰਗਾ ਹੈ। ਜਦੋਂ ਮੈਂ ਮਿਊਜ਼ਿਕ ਰੂਮ ਵਿੱਚ ਜਾਂਦਾ ਹਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ। ਮੈਂ ਉੱਥੇ ਤਬਲਾ ਵਜਾ ਕੇ ਬਹੁਤ ਹੀ ਖੁਸ਼ ਹੁੰਦਾ ਹਾਂ। ਉਹ ਮਿਊਜ਼ਿਕ ਵਾਲੇ ਸਰ ਵੀ ਬਹੁਤ ਹੀ ਚੰਗੇ ਹਨ। ਮਿਊਜ਼ਿਕ ਵਾਲੇ ਸਰ ਸਾਨੂੰ ਬਹੁਤ ਹੀ ਚੰਗੀਆਂ ਸਿੱਖਿਆ ਦਿੰਦੇ ਹਨ। ਮੈਂ ਕੰਪਿਊਟਰ ਰੂਮ ਵਿੱਚ ਵੀ ਜਾਂਦਾ ਹਾਂ, ਉੱਥੇ ਸਾਨੂੰ ਕੰਪਿਊਟਰ ਬਾਰੇ ਹਰ ਚੀਜ਼ ਸਿਖਾਈ ਜਾਂਦੀ ਹੈ। ਐਂਡ ਬਾਕੀ ਟੀਚਰਸ ਕੋਆਪਰੇਟਿਵ ਨੇ। ਅਸੀਂ ਪੜ੍ਹਾਈ ਬੇਸਿਸ ਦੀ ਤਾਂ ਗੱਲ ਉਹਨਾਂ ਨਾਲ ਕਰ ਹੀ ਸਕਦੇ ਹਾਂ, ਬਟ ਹੋਰ ਕੋਈ ਗੱਲ ਅਸੀਂ ਉਹ ਵੀ ਗੱਲ ਕਰਨ ਤੋਂ ਝਿਜਕਦੇ ਨਹੀਂ। ਕੋਈ ਵੀ ਗੱਲ ਹੈ ਅਸੀਂ ਆਪਦੇ ਟੀਚਰਸ ਨਾਲ ਚੰਗੀ ਤਰ੍ਹਾਂ ਸ਼ੇਅਰ ਕਰ ਸਕਦੇ ਹਾਂ। ਬਾਕੀ ਅਕੈਡਮੀਜ਼ ਨਾਲ, ਬਾਕੀ ਸਕੂਲਾਂ ਨਾਲੋਂ ਤਾਂ ਅਕੈਡਮੀਜ਼ ਦਾ ਬਹੁਤ ਜ਼ਿਆਦਾ ਫਰਕ ਹੈ। ਅਤੇ ਸਭ ਤੋਂ ਮੇਨ ਗੱਲ ਕੀ ਹੈ, ਸਾਡਾ ਰੂਟ ਸਟਰੋਂਗ ਹੈ। ਸੰਤ ਬਾਬਾ ਤੇਜਾ ਸਿੰਘ ਜੀ ਅਤੇ ਸੰਤ ਬਾਬਾ ਅਤਰ ਸਿੰਘ ਜੀ ਨੇ ਇਸ ਦੀ ਨੀਂਹ ਰੱਖੀ ਹੈ, ਤਾਂ ਆਫਕੋਰਸ ਬ੍ਰਾਂਚਿਸ ਤਾਂ ਸਟਰੋਂਗ ਹੋਣਗੀਆਂ ਹੀ। ਅਕਾਲ ਅਕੈਡਮੀ ਭਾਈ ਦੇਸਾ ਵਿਖੇ ਆ ਕੇ ਇੱਕ ਵਾਰ ਜ਼ਰੂਰ ਚੈੱਕ ਕੀਤਾ ਜਾਵੇ ਕਿ ਕਿੱਦਾਂ ਕਿ ਟੀਚਰ ਪੜ੍ਹਾ ਰਹੇ ਹਨ। ਬਹੁਤ ਹੀ ਫਰੈਂਡਲੀ ਮਾਹੌਲ ਨਾਲ ਪੜ੍ਹਾਇਆ ਜਾ ਰਿਹਾ ਹੈ ਅਤੇ ਹਰ ਇੱਕ ਬੱਚਾ ਬਹੁਤ ਹੀ ਚੰਗੀ ਤਰ੍ਹਾਂ ਪੜ੍ਹ ਰਿਹਾ ਹੈ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇੱਥੇ ਆ ਕੇ ਪੜ੍ਹਾਓ, ਦੇਖੋ ਇੱਥੋਂ ਦਾ ਮਾਹੌਲ ਦੇਖੋ, ਕਿਵੇਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਬੱਚੇ ਇੱਥੇ ਲਗਾਓ ਤਾਂ ਕਿ ਬੱਚਿਆਂ ਨੂੰ ਬਹੁਤ ਵਧੀਆ ਐਜੂਕੇਸ਼ਨ ਮਿਲੇ। ਮੈਨੂੰ ਇੱਦਾਂ ਸੀ ਕਿ ਬਾਕੀ ਕਿਸੇ ਸਕੂਲ ਦੇ ਵਿੱਚ ਲੱਗਾ ਤਾਂ ਸ਼ਾਇਦ ਮੈਂ ਸਪੋਰਟਸ ਵਿੱਚ ਨਹੀਂ ਕਰ ਸਕਦੀ, ਪਰ ਇੱਥੇ ਹਰ ਬੱਚੇ ਨੂੰ ਸਪੋਰਟਸ ਵੱਲੋਂ ਵੀ ਇਨਕਰੇਜ ਕੀਤਾ ਜਾਂਦਾ। ਮੈਨੂੰ ਆਸ ਨਹੀਂ ਸੀ ਕਿ ਮੈਂ ਐਡੇ ਵੱਡੇ ਸਕੂਲ ਵਿੱਚ ਪੜ੍ਹ ਸਕਾਂਗਾ। ਮੈਨੂੰ ਅਕਾਲ ਅਕੈਡਮੀ ਵਾਲਿਆਂ ਨੇ ਮਾਤਾ ਭੋਲੀ ਸਕੀਮ 'ਚ ਦਾਖਲਾ ਦਿੱਤਾ ਅਤੇ ਮੈਨੂੰ ਮੁਫਤ ਪੜ੍ਹਾਈ ਕਰਾਈ। ਜੇ ਮੈਂ ਕਿਸੇ ਹੋਰ ਸਕੂਲ ਦੇ ਵਿੱਚ ਹੁੰਦੀ ਤਾਂ ਮੈਂ ਸ਼ਾਇਦ ਆਪਦੇ ਆਪ ਨੂੰ ਇੰਨਾ ਉਹ ਨਹੀਂ ਕਰ ਸਕਦੀ, ਪਰ ਇੱਥੇ ਬੱਚਿਆਂ ਨੂੰ ਵੀ ਇੰਨਾ ਇਨਕਰੇਜ ਕੀਤਾ ਜਾਂਦਾ। ਬੋਇਜ਼ ਵੱਲੋਂ ਗਰਲਸ ਦਾ ਇੰਨਾ ਜ਼ਿਆਦਾ ਸਤਿਕਾਰ ਕੀਤਾ ਜਾਂਦਾ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਉਂਦੀ। ਲੜਕੀਆਂ ਆਪਦੇ ਟੀਚਰਸ ਨਾਲ ਵੀ ਪੂਰੇ ਚੰਗੀ ਤਰ੍ਹਾਂ ਗੱਲ ਕਰ ਸਕਦੇ ਆ, ਮਤਲਬ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਆਪਦੀ ਪਰਸਨਲ ਗੱਲ ਵੀ ਸ਼ੇਅਰ ਕਰ ਸਕਦੇ ਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I am Gurjeet Kaur Chahal. I have been working here at Akal Academy Bhai Desa for the last 24 years. So this academy is established in 1997 under the leadership of Baba Iqbal Singh Ji and chairmanship of Dr. Khem Singh Ji Gill. So with the sole aim to provide scientific education along with spiritual upliftment of students. When we started, so we were having 225 students. Now we are having 1600 students and 85 teachers. So this school is up to +2. So most of our institution, most of our academies are situated in rural or remote area, because as per Babaji, so these peoples need more attention, these peoples need more facilities and awareness. ਜੇ ਬੱਚਿਆਂ ਦੇ ਡੇਲੀ ਰੂਟੀਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੋ ਬੱਚੇ ਹੈਗੇ ਆ ਉਹ ਨਿਤਨੇਮ ਕਰਦੇ ਹੈ। ਨਿਤਨੇਮ ਤੋਂ ਬਾਅਦ ਸ਼ਬਦ ਗਾਇਨ ਹੁੰਦਾ ਹੈ, ਹੋਰ ਸ਼ਬਦ ਗਾਇਨ ਤੋਂ ਬਾਅਦ ਮਾਰਨਿੰਗ ਅਸੈਂਬਲੀ ਹੁੰਦੀ ਹੈ। ਮਾਰਨਿੰਗ ਅਸੈਂਬਲੀ ਦੇ ਵਿੱਚ ਵੀ ਡਿਫਰੈਂਟ ਟਾਈਪ ਦੀਆਂ ਐਕਟੀਵਿਟੀਜ਼ ਹੁੰਦੀਆਂ, ਜਿਸ ਤਰ੍ਹਾਂ ਨਿਊਜ਼ ਹੁੰਦੀ ਹੈ, ਪਲੈਜ ਹੁੰਦੀ ਹੈ, ਕੋਈ ਹੋਰ ਬੱਚੇ ਦੀ ਡਿਬੇਟ ਹੈ। ਡਿਫਰੈਂਟ ਕੰਪੀਟੀਸ਼ਨ ਵੀ ਅਸੀਂ ਕਈ ਵਾਰ ਮਾਰਨਿੰਗ ਅਸੈਂਬਲੀ ਦੇ ਵਿੱਚ ਕਰਵਾਉਂਦੇ ਹਾਂ ਤਾਂ ਕਿ ਬੱਚਿਆਂ ਦੀ ਆਲ ਰਾਊਂਡ ਡਿਵੈਲਪਮੈਂਟ ਹੋ ਸਕੇ। We are having 48 periods in a week, and we give 2 periods in a week to music, arts, computer, games and divinity. So our institution and our teachers, they focus on the practical teaching. So the laboratories have been established in every academy. So we are also having science lab. In science lab we are having separate 3 labs, physics, chemistry and bio. We are having social science lab also. We are having maths lab also. So that we are having total facility in every laboratory. Like in social science lab that we are having, I want to give you one example. जिस तरह बच्चे ने solar system बारे दसना है, तो we are having a model of solar system in our social science lab, so that the students may come to know about different planets, they know that how the solar system work. So same as in bio lab also, that we are having skeleton system, we are having microscopes, we are having different specimen. So same in chemistry lab, so we are having different type of chemicals, so that the students know how to use those chemicals. So same as English language lab. So to improve the listening skill, to improve their pronunciation, to improve their spoken English, so that we are having English lab in our academy. Twice in a week the student visit that English language lab, so that we are having every facility in that lab. Different types of listening and speaking skill cassettes also we are having in this lab. So same as for computer education, we are having computer lab, so we are having 20 computer in that lab. So because computer education is the need of the day, so that's why it's very, very important for computer also that we are giving 2 periods in a week to every class. So to develop the reading skill of student and to enhance their knowledge, so we are having library. So the student visit library twice in a week, and we are having more than 10,000 books in our library. ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਸੀਂ ਸਾਰੇ ਸਾਲ ਡਿਫਰੈਂਟ ਇਵੈਂਟਸ ਔਰ ਕੰਪੀਟੀਸ਼ਨ ਆਰਗੇਨਾਈਜ਼ ਕਰਵਾਉਂਦੇ ਰਹਿੰਦੇ ਹਾਂ। ਇਸ ਲਈ ਅਸੀਂ ਸਾਰੇ ਸਕੂਲ ਦੇ ਬੱਚਿਆਂ ਨੂੰ 4 ਪਾਰਟਸ ਦੇ ਵਿੱਚ ਵੰਡਿਆ ਹੋਇਆ ਹੈ, 4 ਹਾਊਸਸ ਦੇ ਵਿੱਚ ਵੰਡਿਆ ਹੋਇਆ ਹੈ, ਜਿਨ੍ਹਾਂ ਦਾ ਕੀ ਨਾਮ ਰੱਖਿਆ ਹੈਗਾ ਅਮੁਲ, ਅਤੁਲ, ਅਜੇ, ਅਬੇ। ਇਹਨਾਂ ਹਾਊਸਸ ਨੂੰ ਬਣਾਉਣ ਦਾ ਮੇਨ ਮਕਸਦ ਇਹੀ ਹੈ ਕਿ ਅਸੀਂ ਇਹਨਾਂ 4 ਦੇ ਵਿੱਚ ਕੰਪੀਟੀਸ਼ਨ ਆਰਗੇਨਾਈਜ਼ ਕਰਵਾਈ ਜਾਈਏ ਔਰ ਬੱਚਿਆਂ ਦਾ ਮਨੋਬਲ ਵਧਾਈ ਜਾਈਏ। So our students are very good at sports also. We are having 2 sports teacher, और ਸਾਡੇ ਕੋਲ ਇੱਕ ਸਪੋਰਟਸ ਦਾ ਕਮਰਾ ਵੀ ਹੈ ਜਿਸ ਦੇ ਵਿੱਚ ਹਰ ਫੈਸਿਲਿਟੀ ਹੈ,
हर स्पोर्ट्स इक्विपमेंट है जो अवेलेबल है, और दैट वी आर हैविंग ईच एंड एवरी ग्राउंड लाइक फुटबॉल, वॉलीबॉल, हॉकी, खो खो, कबड्डी, बैडमिंटन। सो ईवन जो साडे बच्चे हैं, हर साल साडे बच्चे हैं जो डिस्ट्रिक्ट लैवल ते स्टेट लैवल ते होर नैशनल लैवल ते खेलण लई भी जांदे है। जो साडी ये इंस्टीट्यूशन है, जो बाबा जी का आशा है, वो केवल साइंटिफिक एजुकेशन या अध्यात्मक विद्या देना ही नहीं। उन्हों का ये विचार है कि बच्चे नूं हर तरीके की शिक्षा दी जाए जो अज की लोड़ है। जिस तरह इन्वायरमेंट बहुत ज़्यादा खराब हो रहा है, तो बाबा जी नूं सानू हमेशा यही शिक्षा दिंदे है कि बच्चों नूं भी सिखाया जाए कि आपां किस तरह इन्वायरमेंट नूं क्लीन कर सकते हैं, किस तरह उसकी रक्षा कर सकते हैं इन्वायरमेंट की। सो इसलिए जो असी अपनी अकैडमी वी हैव पावर्ड अप आवर अकैडमी विद सोलर पैनल। इट्स कैपेसिटी इज 64 किलोवाट। तो असी बच्चों को ये दसते हैं क्योंकि असी लगाया होया है, तो उन्होंने एग्जाम्पल दे के उन्होंने दिखाया जाता है कि आ सोलर पैनल है, इसका की मोटिव है लगाने का। सो असी बच्चों को ये दसते हैं कि किस तरह असी रीन्यूएबल रिसोर्सिस है उसनों यूज़ करके और नॉन रीन्यूएबल रिसोर्सिस है उसनों किवें सेव कर सकते हैं। इन्वायरमेंट नूं क्लीन रखने वास्ते जो प्लांट्स है, जो ट्रीज़ है, आपां सबनों पता है भी इहदा ही सब तो वड्डा रोल है। तो असी की करते हैगे आ, बच्चों नूं हमेशा यही असी काउंसल और उन्होंने उत्साहित करते हैं कि जो उन्होंने कोई जन्मदिन होंदा है तो स्कूल दे विच टॉफियां लैण की जगह ते, टॉफियां लैके आउण की जगह ते एक प्लांट लगान, अपने घरे लगान, चाहे वो स्कूल च लगान, तो उन्होंने मोटिवेट किया जाता है प्लांटेशन लई। तो स्पैशल एक जो दिन हैगा वो दिन स्पैशली मनाया जाता है जे स्कूल दे विच, क्योंकि साडे हर जगह प्लांटेशन है जिथे ज़रूरत है। तो जिथे प्लांटेशन की जरूरत है पर नहीं हैगी तो असी बच्चे नूं उत्थे लै जाते हैं, उत्थे ले जाके उन्हां तो असी जो हैगा प्लांट लगाए जाते हैं। इस दे नाल जिस तरह जो अजकल का पंजाब का जो सब तो वड्डा मुद्दा है वो है ड्रग्स। तो असी बाबा जी ने सानू ये कहा होया है और हमेशा सानू ये गाइडेंस दिंदे है कि तुसी लोकां नू जिन्ना ज़्यादा अवेयर कर सकते हो ड्रग्स के अगेंस्ट उन्ना ही करो। तो असी कई बार कंपीटीशन भी करवाने हैं बच्चों के विच, उहदा मेन जो टॉपिक हुंदा है वो ड्रग एडिक्शन ही हुंदा है। उस तो बाद साडे बच्चे है जो रैली भी ऑर्गेनाइज़ करते हैं, पिंडां दे विच जाके असी लोकां नूं ये समझाउने आ कि ड्रग्स का जो हैगा की इफैक्ट पैंदा है लाइफ दे विच और उस बंदे दी जिंदगी दे विच की उसके साइड इफैक्ट्स हैगे आ। ईवन बच्चे है जो बड़े बड़े पोस्टर बनाते हैं, जो असी रैली कढ़ते हैं, जो खुद पोस्टर बनाते हैं, खुद लिखते हैं ड्रग्स के अगेंस्ट, तो उन्हां दे मन दे विच भी ये विचार आउंदे आ, उन्हां नूं भी ये पता लगता है कि ड्रग्स के इन्ने माड़े इफैक्ट्स हुंदे आ। तो इस तरह दी चीज़ां जो है जो अज समाज की लोड़ है उस बारे बच्चों को भी दसिया जाता है तो लोगों को भी दसिया जाता है। सेम एज गर्ल चाइल्ड पंजाब दे विच ये भी सब तो वड्डी समस्या है जो लड़कियां नूं पहलां तां जमदे ही मार दिता जाता सीगा, पर हुण दहेज लैके या कुछ यानी कि औरत का जो है इन्ना सम्मान नहीं किया जाता जिन्ना होना चाहिए। तो साडियां जिन्नियां भी अकैडमी है वूमन एम्पावरमेंट ये बाबा जी का सब तो वड्डा आशा है। तुसी साडियां जिन्नियां भी अकैडमियां हैगियां उहदे विच बाबा जी ने लेडी प्रिंसीपल रखियां हुई हैगियां। सब तो पहला तो उन्होंने ये शुरुआत की हुई है। तो बाकी जो गर्ल चाइल्ड नूं प्रमोट करने वास्ते फीस दे विच भी उन्होंने रिलैक्सेशन दी हुई है ताकि लोगों को ये ना लगे कि साडी लड़की है। सो जो मैं आपनों दस्या सारा कुछ ये सदका ही, जिस तरह लैबोरेटरीज़ है साडे, प्रैक्टिकल असी एजुकेशन दे रहे हाँ और उन्होंने
ਲਾਇਬ੍ਰੇਰੀ ਪ੍ਰੋਵਾਈਡ ਕਰ ਰਹੇ ਹਾਂ ਪੜ੍ਹਨ ਵਾਸਤੇ, ਨੌਲੇਜ ਵਾਸਤੇ। ਸੋ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ, ਆਪ ਜੀ ਜਦੋਂ ਵੀ ਇੰਡੀਆ ਆਓ, ਪੰਜਾਬ ਆਓ, ਸਾਡੀ ਅਕੈਡਮੀ ਨੂੰ ਜ਼ਰੂਰ ਵਿਜ਼ਿਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਕਾਲ ਅਕੈਡਮੀ ਦਾ ਜੀ, ਬੜੂ ਸਾਹਿਬ ਵਾਲਿਆਂ ਟੀਮ ਦਾ ਜੀ, ਸਾਰੀ ਦਾ ਜੀ। ਮੇਰੇ ਬੱਚੇ ਜੀ ਭੋਲੀ ਮਾਤਾ ਸਕੀਮ 'ਚ ਪੜ੍ਹ ਰਹੇ ਆ ਜੀ ਇੱਥੇ 2 ਜੀ। ਇਹਨਾਂ ਨੇ ਬਹੁਤ ਵਧੀਆ ਸੋਹਣੀ ਗੱਲ ਆ ਜੀ, ਮੈਨੂੰ ਬਹੁਤ ਖੁਸ਼ੀ ਹੋਈ ਆ ਜੀ ਇਸ ਉਸ 'ਤੇ ਜੀ। ਬੱਚੇ ਪਿਛਲੇ ਕਈ ਸਾਲਾਂ ਤੋਂ ਪੜ੍ਹ ਰਹੇ ਆ ਜੀ। ਮੈਂ ਡਰਾਈਵਰੀ ਦਾ ਪੇਸ਼ਾ ਜੀ ਮੇਰਾ, ਡਰਾਈਵਰੀ ਕਰ ਰਹੇ, ਆਮਦਨ ਘੱਟ ਹੈ ਜੀ। ਪਿੰਡ ਮੇਰਾ ਮੌੜ ਖੁਰਦ ਆ ਜੀ, ਮੌੜ ਮੰਡੀ ਦੇ ਨਾਲ ਹੀ, ਤੇ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਆਈ। ਮੇਰੇ ਬੱਚੇ ਇੱਥੇ ਪੜ੍ਹ ਰਹੇ ਜੀ, ਬਹੁਤ ਵਧੀਆ ਸਹੂਲਤ ਹੈ ਜੀ। ਤੇ ਮੇਰੀ ਪੋਤੀ ਇਸ ਸਕੂਲ ਦੇ ਵਿੱਚ ਪੜ੍ਹਦੀ ਹੈ ਜੀ, ਤੇ 3rd ਕਲਾਸ ਦੇ ਵਿੱਚ ਆਈ, 3rd ਪੋਜੀਸ਼ਨ ਦੇ ਵਿੱਚ ਮਤਲਬ ਆਈ ਹੈ ਜੀ। ਤੇ ਬਾਕੀ ਸਕੂਲ ਦਾ ਬਹੁਤ ਵਧੀਆ ਮਤਲਬ ਹੋਇਆ ਜੀ, ਮੈਡਮਾਂ ਦਾ ਜੀ ਬਹੁਤ ਵਧੀਆ ਢੰਗ ਨਾਲ ਪੜ੍ਹਾ ਰਹੇ ਨੇ ਜੀ। 6ਵੀਂ ਕਲਾਸ 'ਚ ਪੜ੍ਹਦਾ, ਬਹੁਤ ਵਧੀਆ ਪੜ੍ਹਦਾ ਹੈ। ਇੰਗਲਿਸ਼ 'ਚ ਹੀ ਗੱਲ ਕਰਦਾ ਜੀ, ਬਹੁਤ ਗੁਰੂ ਘਰ ਨਾਲ ਵੀ ਜੁੜੇ ਹੋਏ ਆ, ਸਾਡਾ ਸਾਰਾ ਪਰਿਵਾਰ ਜੁੜਿਆ ਹੋਇਆ ਹੈਗਾ। ਹਰ ਹੀਲੇ ਗੁਰੂ ਘਰ ਨਹੀਂ ਵੱਧਦਾ ਸਾਡਾ ਸੰਬੰਧ ਜੀ। ਤੇ 10ਵੀਂ ਕਲਾਸ 'ਚ ਮੇਰੀ ਬੇਟੀ ਪੜ੍ਹਦੀ ਹੈ, ਸਰਕਾਰੀ ਸਕੂਲ 'ਚ ਪੜ੍ਹਦੀ ਹੈ ਜੀ। ਐਤਕੀ 11ਵੀਂ ਕਲਾਸ 'ਚ ਆ ਉਹ, 11ਵੀਂ ਕਲਾਸ 'ਚ ਪੜ੍ਹਦੀ ਹੈ ਜੀ। 6ਵੀਂ ਕਲਾਸ ਦਾ ਬੱਚਾ ਉਹਨੂੰ ਇੰਟਰਵਿਊ ਦਿੰਦਾ ਗਾ, ਫਲਾਨੀ ਜੀ ਆਇਆ, ਧੌਂਕੀ ਆਇਆ ਜੀ, ਸਭ ਕੁਛ ਉਹਨੂੰ ਦੱਸਦਾ। ਉਹਨੂੰ ਜਿਹੜੀ ਚੀਜ਼ ਨਹੀਂ ਆਉਂਦੀ ਉਹ ਦੱਸਦਾ ਇਹ। ਜੋ ਇੱਥੇ ਆਈ ਇਹਦੇ ਨਾਲ ਜੁੜਨ ਨਾਲ ਹੀ ਘਰ ਦਾ ਮਾਹੌਲ ਸਹੀ ਹੁੰਦਾ ਜੀ। ਇਸ ਕਰਕੇ ਹੀ ਜਿਵੇਂ ਬੱਚੇ ਇੱਥੇ ਸਕੂਲ ਦੇ ਵਿੱਚ ਸੁਬਾਹ ਨਿਤਨੇਮ ਹੁੰਦਾ ਜੀ ਆਉਣ ਸਾਰ ਇਹਨਾਂ ਤੋਂ, ਉਹ ਬਹੁਤ ਵਧੀਆ ਗੱਲ ਆ ਜੀ। ਫਿਰ ਬੱਚੇ ਉਸ ਹਿਸਾਬ ਨਾਲ ਹੀ ਘਰੇ ਵਿਚਰਦੇ ਆ ਜੀ। ਤੇ ਘਰੇ ਜਾ ਕੇ ਹਰੇਕ ਨੂੰ ਮਤਲਬ ਜੀ ਆਇਆਂ ਵਧੀਆ ਢੰਗ ਨਾਲ ਬੋਲਣਾ ਜੀ। ਸਿੱਖੀ ਦੇ ਸਾਰਾ ਦਿਨ ਮਤਲਬ ਉਹ ਗੁਣਗਾਨ ਕਰਦੇ ਆ ਜੀ ਬਹੁਤ ਹੀ ਤਰੀਕੇ ਨਾਲ। ਤੇ ਬਾਕੀ ਸਾਡੇ ਸਕੂਲ ਦੇ ਮਤਲਬ ਇੱਥੋਂ ਦੇ ਬੱਚੇ ਜਿੰਨੇ ਜੀ 55 ਬੱਚੇ ਇੱਥੇ ਪੜ੍ਹਦੇ ਨੇ ਕਣਕਵਾਲ ਭੰਗੋ ਤੋਂ ਜੀ, ਤੇ 35 ਬੱਚੇ ਇੱਥੇ ਸਾਡੇ ਫ੍ਰੀ ਪੜ੍ਹ ਰਹੇ ਨੇ ਜੀ। ਬਹੁਤ ਵਧੀਆ ਮਤਲਬ ਮੈਡਮਾਂ ਦੇ ਬਹੁਤ ਢੰਗ ਨਾਲ ਮਤਲਬ ਬਹੁਤ ਵਧੀਆ ਪੜ੍ਹਾ ਰਹੇ ਨੇ ਜੀ। ਵੀ ਬਹੁਤ ਵਧੀਆ ਸਕੂਲ ਹੈਗੇ, ਬਹੁਤ ਲਾਉਂਦੇ ਨੇਗੇ, ਬਹੁਤ ਮੈਨੂੰ ਪੁੱਛਣ ਵੀ ਆਉਣਗੇ ਵੀ ਉੱਥੇ ਕਿਵੇਂ ਆ। ਮੈਂ ਫੇਰ ਵੀ ਕਹਿ ਦੇਣਾ ਜੀ ਤੁਸੀਂ ਸਕੂਲ 'ਚ ਜਾਓ। ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਗਾ ਜੀ, ਅਕੈਡਮੀਆਂ ਦੇ ਵਿੱਚ ਬਹੁਤ ਬੱਚੇ ਪੜ੍ਹਨ ਲਾਓ ਜੀ। ਇੱਥੇ ਵਧੀਆ ਪੜ੍ਹਾਈ ਹੈ ਜੀ, ਸਾਰੀਆਂ ਸਹੂਲਤਾਂ ਹਨ ਜੀ। ਪਾਣੀ ਦਾ ਪ੍ਰਬੰਧ ਵਧੀਆ, AC ਲੱਗੇ ਹੈਗੇ ਆ ਜੀ, ਤੇ ਹੋਰ ਸਾਰੀ ਵਧੀਆ ਸਫਾਈ ਵਾਲਾ ਸਕੂਲ ਹੈ ਜੀ ਇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਦਿਆਲ ਸਿੰਘ ਹੈ ਜੀ, ਤੇ ਮੈਂ ਅਕਾਲ ਅਕੈਡਮੀ ਭਾਈ ਦੇਸਾ ਵਿੱਚ ਇੰਗਲਿਸ਼ ਟੀਚ ਕਰਦਾ ਜੀ। ਮੈਂ 2012 ਤੋਂ ਇੱਥੇ ਇੰਗਲਿਸ਼ ਟੀਚ ਕਰ ਰਿਹਾ ਜੀ, ਤੇ ਉਸ ਤੋਂ ਪਹਿਲਾਂ ਵੀ ਮੈਂ ਕਈ ਸਕੂਲਾਂ ਦੇ ਵਿੱਚ ਜੌਬ ਕੀਤੀ ਹੈ ਐਜ਼ ਅ ਟੀਚਰ। ਬਟ ਐਟਮੋਸਫੇਅਰ ਦਾ ਜਿਹੜਾ ਫਰਕ ਹੈ ਉਹ ਬਹੁਤ ਹਿਊਜ ਹੈ, ਬਹੁਤ ਵੱਡਾ ਫਰਕ ਹੈ ਜੀ ਇੱਥੇ ਟੀਚ ਕਰਨ ਦਾ ਔਰ ਹੋਰ ਸਕੂਲਾਂ ਦੇ ਵਿੱਚ ਟੀਚ ਕਰਨ ਦਾ। ਬਿਕੋਜ਼ ਜਿਹੜਾ ਸਵੇਰੇ ਇੱਕ ਸਾਨੂੰ ਆਉਣ ਤੋਂ ਬਾਅਦ ਇੱਥੇ ਜਿਹੜਾ ਸਪਿਰਿਚੁਅਲ ਐਟਮੋਸਫੇਅਰ ਮਿਲਦਾ ਜੀ, ਪਾਠ ਤੋਂ ਨਿਤਨੇਮ ਤੋਂ ਜਿਹੜੀ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਦਿਨ ਦੀ, ਉਹ ਇੱਕ ਐਨਰਜੀ ਦਿੰਦੀ ਹੈ ਸਾਨੂੰ ਸਾਰਾ ਦਿਨ। ਸਾਨੂੰ ਚਾਹੇ ਅਸੀਂ 8 ਪੀਰੀਅਡ ਪੜ੍ਹਾਉਂਦੇ ਹਾਂ, 9, ਮਤਲਬ ਟਾਈਮਿੰਗ ਡਜ਼ਨਟ ਮੈਟਰ ਫॉर ਅਸ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਅਸੀਂ ਬੱਚਿਆਂ ਦੇ ਵਿੱਚ ਵਿਚਰਦੇ ਹਾਂ। ਮੀਨਸ ਸਾਨੂੰ ਕਈ ਵਾਰ ਤਾਂ ਭੁੱਖ ਦਾ ਵੀ ਅਹਿਸਾਸ ਨਹੀਂ ਹੁੰਦਾ ਸਾਰਾ ਦਿਨ, ਬਿਕੋਜ਼ ਇੰਨੀ ਪੋਜ਼ੀਟਿਵਿਟੀ ਸਾਨੂੰ ਉਸ 1 ਘੰਟੇ ਦੇ ਨਿਤਨੇਮ ਤੋਂ ਮਿਲਦੀ ਹੈ। ਔਰ ਇਹੀ ਹਾਲ ਸੇਮ ਐਜ਼ ਬੱਚਿਆਂ ਦਾ। ਬੱਚੇ ਜਦੋਂ ਇੱਥੇ ਆ ਕੇ ਸਵੇਰੇ ਉਹ 1 ਘੰਟਾ ਰੱਬ ਦਾ ਨਾਂ ਲੈਂਦੇ ਨੇ, ਜਿਹੜਾ ਨਿਤਨੇਮ ਕਰਦੇ ਨੇ, 5 ਬਾਣੀਆਂ ਦਾ ਪਾਠ ਅਰਦਾਸ ਕਰਕੇ, ਉਸ ਤੋਂ ਬਾਅਦ ਜਿਹੜਾ ਆਪਣਾ ਉਹ ਰੂਟੀਨ ਵਰਕ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਵੀ ਉਹੀ ਜਿਹੜੀ ਐਨਰਜੀ ਹੈ, ਜਿਹੜੀ ਪਾਠ ਦੀ ਐਨਰਜੀ ਹੈ, ਉਹ ਟਰਾਂਸਫਰ ਹੁੰਦੀ ਹੈ। ਤਾਂ ਉਸੇ ਕਰਕੇ ਹੀ ਜਿਹੜੇ ਅਕਾਲ ਅਕੈਡਮੀਜ਼ ਦੇ ਰਿਜ਼ਲਟ ਨੇ ਉਹ ਬਾਕੀ ਸਕੂਲਾਂ ਨਾਲੋਂ ਬਹੁਤ ਹਿਊਜ ਡਿਫਰੈਂਸ ਆ ਉਹਨਾਂ ਦੇ ਅੰਦਰ। ਮਤਲਬ ਇੱਕ ਤਾਂ ਹੁੰਦਾ ਨੇੜੇ ਤੇੜੇ ਰਹਿਣਾ ਕਿਸੇ ਰਿਜ਼ਲਟ ਦੇ, ਸਾਡੇ ਰਿਜ਼ਲਟ ਦੇ ਨੇੜੇ ਵੀ ਕਿਸੇ ਹੋਰ ਸਕੂਲ ਦਾ ਰਿਜ਼ਲਟ ਨਹੀਂ ਆਉਂਦਾ। ਜੋ ਇਹਨਾਂ ਸਕੂਲਸ ਦੇ ਵਿੱਚ ਬਾਕੀ ਸਕੂਲਸ ਨਾਲੋਂ ਡਿਫਰੈਂਟ ਹੈ ਉਹ ਇਹੀ ਹੈ ਕਿ ਇੱਥੇ ਜੋ ਪੜ੍ਹਾਉਣ ਦਾ ਤਰੀਕਾ ਹੈ ਉਹ ਸਭ ਤੋਂ ਅਲੱਗ ਹੈ। ਬੱਚਿਆਂ ਨੂੰ ਪ੍ਰੈਕਟੀਕਲੀ ਨੌਲੇਜ ਦਿੱਤੀ ਜਾਂਦੀ ਹੈ, ਉਹਨਾਂ ਨੂੰ ਡੇਲੀ ਲਾਈਫ ਦੇ ਨਾਲ ਚੀਜ਼ਾਂ ਨੂੰ ਰਿਲੇਟ ਕਰਕੇ ਹਰ ਇੱਕ ਚੀਜ਼ ਨੂੰ ਸਮਝਾਇਆ ਜਾਂਦਾ ਹੈ।
ਔਰ ਜਿਹੜਾ ਮੇਨ ਫੋਕਸ ਹੈ ਉਹ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਦੇਣ ਦਾ ਹੈਗਾ। ਇਹ ਨਹੀਂ ਹੈ ਕਿ ਬੱਚਾ ਅਗਰ 80+ ਮਾਰਕਸ ਸਕੋਰ ਕਰ ਰਿਹਾ ਹੈ ਤਾਂ ਉਹਨੇ ਸਿਰਫ ਬੈਕ ਐਕਸਰਸਾਈਜ਼ ਵਗੈਰਾ ਜਾਂ ਉਹ ਸਭ ਯਾਦ ਕਰਕੇ ਉਹੀ ਕੁਐਸਚਨ ਆ ਗਏ ਉਹਨਾਂ ਦੇ ਹੀ ਉੱਥੋਂ ਹੀ ਨੰਬਰ ਉਹਨੇ ਉਹ ਗੇਨ ਕੀਤੇ ਨੇ। ਬਟ ਇੱਥੇ ਸਿਸਟਮ ਕੀ ਹੈ ਕਿ ਬੱਚੇ ਨੂੰ ਸਾਰਾ ਕੁਝ ਤਿਆਰੀ ਕਰਾਈ ਜਾਂਦੀ ਹੈ ਸਾਰੀ, ਔਰ ਜੋ ਪੇਪਰ ਆਉਂਦਾ ਉਹ ਬਿਲਕੁਲ ਡਿਫਰੈਂਟ ਕੁਐਸਚਨਸ ਬਿਲਕੁਲ ਹਾਇਰ ਆਰਡਰ ਥਿੰਕਿੰਗ ਵਾਲੇ ਹੁੰਦੇ ਨੇ, ਜਿਹਦੇ ਨਾਲ ਬੱਚੇ ਦੀ ਥਿੰਕਿੰਗ ਕੈਪੇਬਿਲਿਟੀ ਬਹੁਤ ਜ਼ਿਆਦਾ ਇਨਕਰੀਜ਼ ਹੁੰਦੀ ਹੈ। ਔਰ ਸਭ ਤੋਂ ਵੱਡੀ ਖਾਸੀਅਤ ਇਹ ਹੈ ਅਕੈਡਮੀਜ਼ ਦੀ, ਬਿਕੋਜ਼ ਦੇ ਹੈਲਪ ਨੀਡੀ ਪੀਪਲ। ਬਹੁਤ ਵੱਡੀ ਗੱਲ ਹੈ ਜੋ ਕਿ ਮੈਂ ਹੋਰ ਸਕੂਲਸ ਦੇ ਵਿੱਚ ਵੇਖ ਰਹੀ ਹਾਂ, ਉਹ ਜ਼ਰੂਰਤਮੰਦਾਂ ਦੀ ਮਦਦ ਨਹੀਂ ਕਰਦੇ। ਇੱਥੇ ਨੀਡੀ ਬੱਚਿਆਂ ਦੀ ਹੈਲਪ ਕੀਤੀ ਜਾਂਦੀ ਹੈ ਔਰ ਬਹੁਤ ਵਧੀਆ ਤੇ ਹੈਪੀਲੀ ਹੈਲਪ ਕੀਤੀ ਜਾਂਦੀ ਹੈ। ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ, ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ ਜ਼ਰੂਰਤਮੰਦਾਂ ਦੇ ਬੱਚਿਆਂ ਨੂੰ। ਔਰ ਜੇ ਆਪਾਂ ਲੈਂਗੁਏਜ ਦੀ ਗੱਲ ਕਰੀਏ, ਇੰਗਲਿਸ਼ ਲੈਂਗੁਏਜ ਦੀ, ਤਾਂ ਮੋਸਟ ਆਫ ਆਰ ਸਟੂਡੈਂਟਸ ਜਿਹੜੇ ਵੀ ਇੱਥੋਂ ਨਿਕਲਦੇ ਨੇ ਉਹ ਆਈਲੈਟਸ ਦੇ ਵਿੱਚ ਜਾਂ ਹੋਰ ਕੰਮਾਂ ਦੇ ਵਿੱਚ ਦੇ ਡੂ ਵੈਰੀ ਵੈਲ। ਉਹਦਾ ਰੀਜ਼ਨ ਕੀ ਹੈ ਕਿ ਉਹਨਾਂ ਦਾ ਬੇਸ ਮਜ਼ਬੂਤ ਹੈ। ਅਸੀਂ ਉਹਨਾਂ ਨੂੰ ਗ੍ਰਾਮੈਟੀਕਲੀ ਐਂਡ ਅਦਰ ਚੀਜ਼ਾਂ ਦੇ ਵਿੱਚ ਸਾਡੀ ਜਿਹੜੀ ਐਕਟੀਵਿਟੀਜ਼ ਹੈ, ASL ਐਕਟੀਵਿਟੀਜ਼ ਹੈ, ਸਾਡੇ ਕੋਲ ਇੰਗਲਿਸ਼ ਲੈਬ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਦੀਆਂ ਉਹ ਛੋਟੀਆਂ ਜਿਹੜੀਆਂ ਮਿਸਟੇਕਸ ਹੁੰਦੀਆਂ ਨੇ, ਬੇਸਿਕ ਮਿਸਟੇਕਸ, ਉਹਨਾਂ ਨੂੰ ਦੂਰ ਕਰਦੇ ਹਾਂ, ਉਹਨਾਂ ਨੂੰ ਪੋਲਿਸ਼ ਕਰ ਦਿੰਦੇ ਹਾਂ। ਉਹਨਾਂ ਨੂੰ ਜਦੋਂ ਆਈਲੈਟ ਸੈਂਟਰਸ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਕੋਈ ਵੱਡੀ ਐਫਰਟ ਨਹੀਂ ਕਰਨੀ ਪੈਂਦੀ ਐਂਡ ਦੇ ਈਜ਼ੀਲੀ ਸਕੋਰ 8-9 bands. Recently, I got a call from a student who passed out from this academy in 2018, the year when I joined, and he was so excited and he called me just to tell that he had ranked All India 152 and got selected in NDA. ਤੇ ਜਿਹੜਾ ਉਹ ਡਿਸਿਪਲਿਨ ਹੈ, ਇਟ ਟਰਾਂਸਫਾਰਮਸ ਫਰੋਮ ਵਨ ਫਾਰਮ ਟੂ ਅਨਦਰ। ਟੀਚਰਸ ਤੋਂ ਬੱਚਿਆਂ ਦੇ ਵਿੱਚ ਜਾਂਦਾ ਹੈ ਔਰ ਫਿਰ ਬੱਚਿਆਂ ਤੋਂ ਉਹਨਾਂ ਦੀ ਫੈਮਲੀਜ਼ ਦੇ ਵਿੱਚ ਜਾਂਦਾ ਜੀ ਉਹ। ਸੋ ਇੱਥੇ ਪੜ੍ਹਾਉਣਾ ਔਰ ਕਿਸੇ ਹੋਰ ਸਕੂਲ ਦੇ ਵਿੱਚ ਪੜ੍ਹਾਉਣਾ, ਦੋਵਾਂ ਚੀਜ਼ਾਂ ਦੇ ਵਿੱਚ ਬਹੁਤ ਹੀ ਵੱਡਾ ਫਰਕ ਹੈ। ਇੱਥੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਮੀਨਜ਼ ਈਵਨ ਜੇ ਕੋਈ ਨਿਊ ਟੀਚਰ ਅਕੈਡਮੀ 'ਚ ਆਉਂਦਾ ਹੈ ਤਾਂ ਉਹਨੂੰ ਮੀਨਜ਼ ਇੰਨੇ ਵਧੀਆ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕੁਝ ਕੁ ਟਾਈਮ 'ਚ ਹੀ ਉਹ ਪੂਰਾ ਟ੍ਰੇਨਡ ਹੋ ਜਾਂਦਾ ਹੈ। ਉਹਨੂੰ ਕੁਝ ਫੀਲ ਨਹੀਂ ਹੁੰਦਾ ਕਿ ਮੈਂ ਇੱਥੇ ਨਿਊ ਆਇਆ, ਯਾਨੀ ਕਿ ਟੀਚਰ ਬਹੁਤ ਕੋਆਪਰੇਟ ਕਰਦੇ ਆ ਉਹਦੇ ਨਾਲ। ਬਾਕੀ ਕਿਸੇ ਵੀ ਚੀਜ਼ ਦੀ ਨੀਂਵ ਜਿਹੜੇ ਬੰਦੇ ਨੇ ਰੱਖੀ ਹੋਵੇ, ਜਿਹੜੇ ਮਹਾਂਪੁਰਸ਼ ਨੇ ਰੱਖੀ ਹੋਵੇ, ਉਹਦੀ ਐਨਰਜੀ ਵੀ ਉਸ ਚੀਜ਼ ਦੇ ਵਿੱਚ ਟਰਾਂਸਫਾਰਮ ਹੁੰਦੀ ਹੈ। ਹੁਣ ਇਸ ਟਰਸਟ ਦੀ ਨੀਂਵ ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਤੇਜਾ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਨੇ ਰੱਖੀ। ਸੋ ਉਹਨਾਂ ਦੇ ਜਿਹੜੇ ਵੇਵਸ ਸੀਗੀਆਂ, ਉਹਨਾਂ ਦੇ ਜਿਹੜੇ ਅੰਦਰ ਆਤਮਿਕ ਜਿਹੜੀ ਸ਼ਕਤੀ ਸੀਗੀ, ਉਹ ਵੀ ਇਹਨਾਂ ਅਕੈਡਮੀਜ਼ ਦੇ ਵਿੱਚ ਜੋ ਹੈ ਟਰੈਵਲ ਕਰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਮਿਲ ਕੇ ਆਈ ਥਿੰਕ ਦਿਸ ਇਜ਼ ਦੀ ਬੈਸਟ ਪਲੇਸ ਫॉर योर स्टूडेंट, फॉर योर चाइल्ड टू स्टडी। ਸੰਗਤ ਜੀ, ਇਹਨਾਂ ਵਿਦਿਆਰਥੀਆਂ ਨੂੰ ਤੁਸੀਂ ਆਪ ਦੇਖਿਆ, ਇਹਨਾਂ ਦੇ ਵਿਚਾਰ ਇਸ ਅਕੈਡਮੀ ਬਾਰੇ ਕੀ ਨੇ ਤੁਸੀਂ ਆਪ ਸੁਣਿਆ। ਯਕੀਨ ਮੰਨਣਾ ਸੰਗਤ ਜੀ ਕਿ ਅਸੀਂ ਇਦਾਂ ਦਾ ਕੁਝ ਵੀ ਇਹ ਵਿਦਿਆਰਥੀਆਂ ਨੂੰ ਸਿਖਾਇਆ ਨਹੀਂ ਜੋ ਇਹਨਾਂ ਨੇ ਸਿਖਾ ਕੇ ਜਾਂ ਸੁਣਾ ਕੇ ਬੋਲਿਆ ਹੋਵੇ। ਜੋ ਵੀ ਵਿਚਾਰ ਇਹਨਾਂ ਵਿਦਿਆਰਥੀਆਂ ਨੇ, ਇਹਨਾਂ ਦੇ ਮਾਤਾ ਪਿਤਾ ਨੇ ਸਾਡੇ ਸਾਰਿਆਂ ਦੇ ਨਾਲ ਸਾਂਝੇ ਕੀਤੇ ਨੇ, ਉਹ ਇਹਨਾਂ ਦੇ ਜੋ ਦਿਲ ਵਿੱਚ ਗੱਲ ਸੀ, ਇਹਨਾਂ ਨੇ ਉਹੀ ਸਾਡੇ ਸਾਰਿਆਂ ਨਾਲ ਸਾਂਝੀ ਕੀਤੀ ਆ। ਸੰਗਤ ਜੀ, ਖੁਸ਼ੀ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਪਿੰਡਾਂ ਦੇ ਵਿੱਚ ਇਹੋ ਜਿਹੀ ਅਕੈਡਮੀਆਂ, ਇਹੋ ਜਿਹੇ ਸਕੂਲ ਬਣ ਚੁੱਕੇ ਨੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਉਚਾਈਆਂ ਤੇ, ਬੁਲੰਦੀਆਂ ਤੇ ਪਹੁੰਚਣ ਦੇ ਲਈ ਤਿਆਰ ਹਨ। ਸਾਨੂੰ ਖੁਸ਼ੀ ਹੁੰਦੀ ਹੈ, ਮਾਣ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਇਹਨਾਂ ਨੂੰ, ਪਿੰਡਾਂ ਦੇ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਦੇਖਦੇ ਹਾਂ। ਅੱਜ ਸ਼ਹਿਰ ਦੇ ਵਿੱਚ ਰਹਿਣ ਵਾਲੇ ਬੱਚੇ ਜਿਸ ਤਰੀਕੇ ਦੀ ਐਜੂਕੇਸ਼ਨ, ਜਿਸ ਤਰੀਕੇ ਦੀ ਵਿੱਦਿਆ ਉਹਨਾਂ ਨੂੰ ਦਿੱਤੀ ਜਾ ਰਹੀ ਹੈ, ਮੈਨੂੰ ਲੱਗਦਾ ਹੈ ਉਸ ਤੋਂ ਬੈਟਰ ਵਿੱਦਿਆ, ਉਸ ਤੋਂ ਬੈਟਰ ਜੋ ਇੱਕ ਮਾਹੌਲ ਹੈ, ਐਟਮੋਸਫੇਅਰ ਹੈ, ਉਹ ਇਹਨਾਂ ਅਕਾਲ ਅਕੈਡਮੀਜ਼ ਦੇ ਵਿੱਚ ਦਿੱਤਾ ਜਾ ਰਿਹਾ ਹੈ। ਅੱਜ ਅਕਾਲ ਅਕੈਡਮੀਆਂ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਮਿਸਾਲ ਬਣ ਕੇ ਆ ਗਈਆਂ ਨੇ। ਅਕਾਲ ਅਕੈਡਮੀਆਂ ਇੱਕ ਇਹੋ ਜਿਹਾ ਐਗਜ਼ਾਮਪਲ ਸਾਡੇ ਸਾਰਿਆਂ ਦੇ ਸਾਹਮਣੇ ਸ਼ੇਅਰ ਕਰ ਰਹੀਆਂ ਹਨ ਜਿਸ ਨੂੰ ਮੈਨੂੰ ਲੱਗਦਾ ਹੈ ਕਿ ਬਾਕੀਆਂ ਨੂੰ ਵੀ ਫੋਲੋ ਕਰਨਾ ਚਾਹੀਦਾ ਹੈ। ਸੋ ਸੰਗਤ ਜੀ, ਮੈਂ ਬੇਨਤੀ ਕਰ ਰਿਹਾ ਹਾਂ, ਜੇ ਆਪ ਜੀ ਨੂੰ ਲੱਗਦਾ ਹੈ ਕਿ ਇਹੋ ਜਿਹੀ ਅਕੈਡਮੀਆਂ ਨੂੰ ਸਹਿਯੋਗ ਦਿੱਤਾ ਜਾਏ, ਜੇ ਆਪ ਜੀ ਨੂੰ ਲੱਗਦਾ ਹੈ ਕਿ ਇੱਥੇ ਪੜ੍ਹਨ ਵਾਲੇ ਜੋ ਗਰੀਬ ਪਰਿਵਾਰ ਦੇ ਬੱਚੇ ਹਨ, ਉਹਨਾਂ ਦੀ ਐਜੂਕੇਸ਼ਨ ਦਾ ਜ਼ਿੰਮਾ ਆਪ ਜੀ ਚੁੱਕ ਸਕਦੇ ਹੋ, ਤੇ ਸੰਗਤ ਜੀ ਜ਼ਰੂਰ ਵੱਧ ਚੜ ਕੇ ਆਪਣਾ ਇਸ ਸੇਵਾ ਦੇ ਵਿੱਚ ਹਿੱਸਾ ਪਾਓ। ਅੱਜ ਦੇ ਲਈ ਇੰਨਾ ਹੀ। ਹੁਣ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।